ਇਹ ਜੀ ਲੱਕ ਦੇ ਵਿੱਚ ਪੇਨ ਬਹੁਤ ਜ਼ਿਆਦਾ ਹੁੰਦੀ ਸੀ ਔਰ ਉਹਦੀ ਪ੍ਰੋਬਲਮ ਕਰਕੇ ਤੇ ਆਪਾਂ ਇੱਥੇ ਆਏ ਹਾਂ। ਅੱਗੇ ਵੀ ਗੁਰਦਾਸਪੁਰ ਦੀਨਾਨਗਰ ਕਈਆਂ ਥਾਵਾਂ ਤੇ ਗਏ ਪਰ ਕੋਈ ਰੁਮਾਨ ਨਹੀਂ ਆਇਆ। ਕਾਫੀ ਦੇਰ ਜਿਸ ਤਰ੍ਹਾਂ ਦਾ ਵੀ ਕੋਈ ਇਲਾਜ ਦੱਸਦਾ ਰਿਹਾ ਉਸ ਤਰ੍ਹਾਂ ਦਾ ਕਰਦੇ ਰਹੇ ਹਾਂ, ਪਰ ਇੱਥੇ ਆਏ ਹਾਂ ਤੇ ਇੱਥੇ ਮੈਨੂੰ ਫਰਕ ਪਿਆ ਆਣ ਕੇ। ਔਰ ਮੈਂ ਡਾਕਟਰ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ ਵੀ ਬਹੁਤ ਹੀ ਸਿਆਣੇ ਦੇ ਲਾਇਕ ਡਾਕਟਰ ਨੇ ਤੇ ਡਾਕਟਰ ਬਹੁਤ ਹੀ ਵਧੀਆ ਤੇ ਲਾਇਕ ਨੇ। ਹਾਂਜੀ, ਮੇਰੀ ਨਾ ਗਰਦਨ 'ਚ ਸਟਿਫਨੈਸ ਬਹੁਤ ਰਹਿੰਦੀ ਸੀ ਤੇ ਉਸ ਤੋਂ ਬਾਅਦ ਮੇਰੇ ਜਿਹੜੀ ਲੈਫਟ ਸਾਈਡ ਦੀ ਬਾਜ਼ੂ ਹੈ ਨਾ ਇੱਥੋਂ ਤੱਕ ਇਹ ਮਤਲਬ ਕਿ ਮੇਰੇ ਮਤਲਬ ਕਿ ਬਹੁਤ ਜ਼ਿਆਦਾ ਪੇਨ ਇਹਦੇ ਵਿੱਚ ਰਹਿੰਦੀ ਸੀ। ਜਿਸ ਤਰ੍ਹਾਂ ਉਂਗਲਾਂ ਨਾ ਕੁਛ ਹੋ ਜਾਂਦੀਆਂ ਸੀਗੀਆਂ। ਜਿਸ ਤਰ੍ਹਾਂ ਸਵੇਰੇ ਡਿਊਟੀ 'ਤੇ ਜਾਣਾ, ਸਵੇਰੇ ਜਿਸ ਤਰ੍ਹਾਂ ਕੱਪੜੇ ਨਹੀਂ ਸੀ ਆਪਣੇ ਕੋਲੋਂ ਪਹਿਨੇ ਜਾਂਦੇ ਨਾ, ਵੀ ਇੰਨੀ ਜ਼ਿਆਦਾ ਬਾਂਹ ਜਦੋਂ ਨੀਚੇ ਉੱਪਰ ਕਰਦੀ ਸੀ ਨਹੀਂ ਸੀ ਹੁੰਦੀ। ਮੇਰਾ ਟਰੀਟਮੈਂਟ ਅਜੇ ਮਤਲਬ ਕਿ ਮੈਨੂੰ 3 ਮਹੀਨੇ ਫੋਲੋ ਕਰਨਾ ਪੈਣਾ ਇਹਨਾਂ ਨੂੰ। ਪਹਿਲਾਂ ਤਾਂ ਲਗਾਤਾਰ ਕਹਿ ਰਹੇ ਨੇ ਕਿ ਤੁਸੀਂ ਕੰਟੀਨਿਊਸ 15 ਦਿਨ ਲਗਾਤਾਰ ਫਿਜ਼ੀਓਥੈਰੇਪੀ ਲਓ। ਉਸ ਤੋਂ ਬਾਅਦ ਫਿਰ ਵੀਕਲੀ ਮਤਲਬ 2 ਵਾਰੀ ਆਓ ਸਾਡੇ ਕੋਲ। ਉਸ ਤੋਂ ਬਾਅਦ ਫਿਰ ਮਹੀਨੇ 'ਚ 1-2 ਵਾਰੀ ਸਿਟਿੰਗ ਲੈਂਦੇ ਰਹੋ ਤੇ ਫਿਰ ਉਸ ਤੋਂ ਬਾਅਦ ਤੁਹਾਡਾ ਮਤਲਬ ਠੀਕ ਹੋ ਜਾਏਗਾ ਸਾਰਾ। ਹਾਂ, ਬਹੁਤ ਅੱਛੇ ਆ ਡਾਕਟਰ ਅਦਿੱਤੇ ਫਿਜ਼ੀਓਥੈਰੇਪਿਸਟ ਨੇ, ਬਹੁਤ ਅੱਛਾ ਡੀਲ ਕੀਤਾ ਇਹਨਾਂ ਨੇ ਤੇ ਮੈਂ ਕਾਫੀ ਮਤਲਬ ਕਿ ਰਾਹਤ ਮਹਿਸੂਸ ਕਰ ਰਹੀ ਹਾਂ ਆਪਣੀ ਮਤਲਬ ਪੇਨ ਤੋਂ। ਨਹੀਂ ਤਾਂ ਮੈਂ ਬਹੁਤ ਜ਼ਿਆਦਾ ਮੁਸ਼ਕਲ ਦੇ ਵਿੱਚ ਹੈਗੀ ਸੀਗੀ ਤੇ ਮੈਨੂੰ ਬਹੁਤ ਜ਼ਿਆਦਾ ਰਿਲੀਫ ਮਹਿਸੂਸ ਹੋਇਆ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕੈਲਾਸ਼ ਤੇ ਅੱਜ ਆਪਣੇ ਹੈਲਥ ਬੁਲਟਨ ਵਿੱਚ ਲੈ ਕੇ ਆਇਆ ਇੱਕ ਖਾਸ ਪ੍ਰੋਗਰਾਮ, ਜਿੱਥੇ ਕਿ ਤੁਸੀਂ ਇੱਕ ਮੈਡੀਕਲ ਇੰਡਸਟਰੀ ਦੇ ਵਿੱਚ ਇੱਕ ਵੱਖਰੀ ਹੀ ਲਾਈਨ ਬਾਰੇ ਰੂਬਰੂ ਹੋਵੋਗੇ। ਤੁਹਾਨੂੰ ਦਿਖਾਵਾਂਗੇ ਕਿ ਜੋ ਕਿ ਪਿਛਲੇ ਕੁਝ ਸਾਲਾਂ ਤੋਂ ਇੱਕ ਐਸਾ ਡਿਪਾਰਟਮੈਂਟ ਜੋ ਕਿ ਬੜੀ ਤੇਜ਼ੀ ਨਾਲ ਉੱਭਰ ਰਿਹਾ ਹੈ ਤੇ ਉਹ ਔਰਥੋ, ਕਾਰਡੀਅਕ ਤੇ ਜਨਰਲ ਮੈਡੀਸਿਨ ਹਰ ਕਿਸੇ ਡਿਪਾਰਟਮੈਂਟ ਦੇ ਲਈ ਕਾਫੀ ਕਾਰਗਰ ਸਿੱਧ ਹੋ ਰਿਹਾ ਹੈ ਤੇ ਹਰ ਤਰ੍ਹਾਂ ਦੇ ਪੇਸ਼ੈਂਟ ਉਸ ਦਾ ਲਾਭ ਉਠਾ ਰਹੇ ਹਨ। ਇਹ ਡਿਪਾਰਟਮੈਂਟ ਇੰਨਾ ਚਮਤਕਾਰੀ ਹੈ ਕਿ ਇੱਥੇ ਕਈ ਮਰੀਜ਼ ਤੇ ਬਿਨਾਂ ਦਵਾਈ ਤੋਂ ਹੀ ਠੀਕ ਹੋ ਜਾਂਦੇ ਹਨ। ਹਾਂਜੀ, ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਕੁਝ ਮਰੀਜ਼ ਇਸ ਤਰ੍ਹਾਂ ਦੇ ਵੀ ਆਉਂਦੇ ਹਨ ਜਿਨ੍ਹਾਂ ਨੂੰ ਦਵਾਈ ਦੀ ਲੋੜ ਨਹੀਂ ਪੈਂਦੀ। ਆਪਾਂ ਗੱਲ ਕਰ ਰਹੇ ਹਾਂ ਡਿਪਾਰਟਮੈਂਟ ਫਿਜ਼ੀਓਥੈਰੇਪੀ ਦੀ, ਜੋ ਕਿ ਅੱਜ ਸਰੀਰਕ ਅੰਗ ਦੇ ਹਰ ਇੱਕ ਬਨਾਵਟੀ ਲਈ ਉਸ ਦੇ ਅੰਗ ਦੇ ਬਨਾਵਟੀ ਦੇ ਹਿਸਾਬ ਨਾਲ ਥੈਰੇਪੀ ਦਿੱਤੀ ਜਾਂਦੀ ਹੈ ਤੇ ਅੱਜ ਦੇ ਟਾਈਮ ਦੀ ਇੱਕ ਬਹੁਤ ਵੱਡੀ ਜ਼ਰੂਰਤ ਹੈ, ਇੱਕ ਆਮ ਇਨਸਾਨ ਲਈ, ਇੱਕ ਹੈਲਥੀ ਇਨਸਾਨ ਲਈ ਤੇ ਇੱਕ ਲੋੜਵੰਦ ਇਨਸਾਨ ਲਈ ਜਿਹਨੂੰ ਸਰੀਰ ਦੇ ਵਿੱਚ ਕਿਤੇ ਨਾ ਕਿਤੇ ਦਰਦ ਹੋ ਰਹੀ ਹੈ। ਇਹ ਡਿਪਾਰਟਮੈਂਟ ਇੱਕ ਐਕਸਰਸਾਈਜ਼ਰ, ਇੱਕ ਐਥਲੀਟ, ਇੱਕ ਖਿਡਾਰੀ ਲਈ ਵੀ ਬਹੁਤ ਜ਼ਰੂਰੀ ਹੈ। ਉਹਨਾਂ ਦੇ ਸਮੇਂ-ਸਮੇਂ 'ਤੇ ਹੋਣ ਵਾਲੀ ਇੰਜਰੀ ਦੇ ਵਿੱਚ ਉਹਨਾਂ ਦੇ ਲਈ ਕੰਮ ਕਰਦਾ ਹੈ ਤੇ ਉਹਨਾਂ ਨੂੰ ਦੁਬਾਰਾ ਸਵਸਥ ਕਰਕੇ ਆਪਣੀ ਖੇਡ ਦੇ ਮੈਦਾਨ ਵਿੱਚ ਭੇਜਦਾ ਹੈ। ਤੇ ਆਪਾਂ ਆਕਾਸ਼ਦੀਪ ਹਸਪੀਟਲ ਦੇ ਫਿਜ਼ੀਓਥੈਰੇਪੀ ਸਪੈਸ਼ਲਿਸਟ ਡਾਕਟਰ ਅਦਿੱਤ ਕੁਮਾਰ ਨਾਲ ਮਿਲਾਂਗੇ ਤੇ ਉਹਨਾਂ ਨੇ ਜਾਣਾਂਗੇ ਕਿ ਇਸ ਡਿਪਾਰਟਮੈਂਟ ਦੇ ਵਿੱਚ ਕਿਹੜੇ-ਕਿਹੜੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। ਤੇ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਸਾਡੇ ਚੈਨਲ ਵਿੱਚ। ਸਭ ਤੋਂ ਪਹਿਲਾਂ ਤੇ ਫਿਜ਼ੀਓਥੈਰੇਪੀ ਡਿਪਾਰਟਮੈਂਟ, ਇੱਕ ਸਮੇਂ ਦੇ ਵਿੱਚ ਫਿਜ਼ੀਓਥੈਰੇਪੀ ਸਿਰਫ ਔਰਥੋ ਨਾਲ ਰਿਲੇਟ ਹੈਗਾ ਸੀ। ਅੱਜ ਦੇ ਟਾਈਮ ਦੇ ਵਿੱਚ ਕਾਰਡਿਕ, ਔਰਥੋ, ਨਿਊਰੋ ਹਰ ਡਿਪਾਰਟਮੈਂਟ ਦੇ ਵਿੱਚ ਇਹ ਫਿਜ਼ੀਓਥੈਰੇਪੀ ਕਾਰਗਰ ਸਿੱਧ ਹੁੰਦੀ ਜਾ ਰਹੀ ਹੈ। ਉਹਦਾ ਕੀ ਕਾਰਨ ਹੈ ਕਿ ਇਹ ਇੰਨੀ ਪਪੂਲਰ ਹੋ ਰਹੀ ਹੈ? ਸਭ ਤੋਂ ਪਹਿਲਾਂ ਮੈਂ ਲਾਈਵ ਭਾਰਤ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਕਿ ਉਹ ਤੁਹਾਡੇ ਮਾਧਿਅਮ ਨਾਲ ਅਸੀਂ ਫਿਜ਼ੀਓਥੈਰੇਪੀ ਬਾਰੇ ਜਾਗਰੂਕਤਾ ਫੈਲਾ ਰਹੇ ਹਾਂ। ਅਤੇ ਫਿਜ਼ੀਓਥੈਰੇਪੀ ਕੀ ਹੈ, ਇਹ ਲੋਕਾਂ ਨੂੰ ਆਮ ਘਰਾਂ 'ਚ ਅਸੀਂ ਇਹ ਚੀਜ਼ ਪਹੁੰਚਾਉਣਾ ਚਾਹੁੰਦੇ ਹਾਂ। ਹਾਂ, ਜਿਵੇਂ ਕਿ ਤੁਹਾਡਾ ਕੁਐਸਚਨ ਹੁਣੇ ਤੁਸੀਂ ਪੁੱਛਿਆ ਮੈਨੂੰ ਕਿ ਫਿਜ਼ੀਓਥੈਰੇਪੀ ਜਿਹੜੀ ਹੈ ਇਹ ਮਲਟੀ ਸਪੈਸ਼ਲਿਟੀ ਫੀਲਡ ਬਣੀ ਜਾ ਰਹੀ ਹੈ। ਬਿਲਕੁਲ ਠੀਕ ਹੈ। ਪਹਿਲੇ ਇਹ ਸਿਰਫ ਔਰਥੋ ਤੱਕ ਹੀ ਸੀਮਤ ਰਹਿੰਦੀ ਸੀ। ਨੋਰਮਲ ਕਿਸੇ ਦੀ ਹੱਡੀ ਟੁੱਟ ਜਾਣੀ ਜਾਂ ਕਿਸੇ ਦਾ ਕੋਈ ਜੋੜ ਖਰਾਬ ਹੋ ਜਾਣਾ ਤੇ ਉਹ ਕਹਿੰਦੇ ਸੀ ਵੀ ਆਰਥੋਪੈਡਿਸ਼ਨ ਜਦੋਂ ਆਪਣਾ ਇਲਾਜ ਕਰਦਾ ਸੀ ਉਸ ਤੋਂ ਬਾਅਦ ਉਹ ਫਿਜ਼ੀਓਥੈਰੇਪੀ ਨੂੰ ਰਿਕਮੈਂਡ ਕਰ ਦਿੰਦਾ ਸੀ ਕਿ ਤੁਸੀਂ ਫਿਜ਼ੀਓਥੈਰੇਪੀ ਲਵੋ, ਫਿਜ਼ੀਓਥੈਰੇਪੀ ਦੇ ਨਾਲ ਤੁਹਾਨੂੰ ਆਰਾਮ ਆ ਜਾਏਗਾ, ਉਹ ਤੁਹਾਨੂੰ ਚੱਲਣਯੋਗ ਬਣਾ ਦੇਣਗੇ। ਹੁਣ ਆਰਥੋ ਦੇ ਇਲਾਵਾ ਇਹ ਨਿਊਰੋ, ਕਾਰਡੀਓ, ਬੱਚਿਆਂ ਦੇ ਪੈਡੀਆਟ੍ਰਿਕ ਡਿਪਾਰਟਮੈਂਟ, ਗਾਇਨੇਕੋਲੋਜੀ ਡਿਪਾਰਟਮੈਂਟ, ਇਹ ਸਾਰੇ ਡਿਪਾਰਟਮੈਂਟ ਪਲੱਸ ਸਪੋਰਟਸ ਇੰਜਰੀਜ਼, ਇਹ ਸਾਰੀਆਂ ਫਿਜ਼ੀਓਥੈਰੇਪੀ ਦੇ ਨਾਲ ਹੀ ਰਿਲੇਟਿਡ ਅੱਜ ਕੱਲ੍ਹ ਕਿਉਰ ਹੋ ਜਾਂਦੀਆਂ ਅਤੇ ਹੋ ਵੀ ਰਹੀਆਂ ਨੇ। ਸਾਡੇ ਜਿਹੜਾ ਫਿਜ਼ੀਓਥੈਰੇਪੀ ਹੈ ਇੰਨੀ ਕਾਰਗਰ ਟੈਕਨੀਕਸ ਆ ਗਈਆਂ ਇਹਦੇ ਵਿੱਚ ਕਿ ਅਸੀਂ ਹਰ ਤਰ੍ਹਾਂ ਦੇ ਮਰੀਜ਼ ਜਿਹੜੇ ਹੈ ਇਹ ਰਾਹੀਂ ਠੀਕ ਕਰ ਰਹੇ ਹਾਂ। ਇਹ ਕੇਵਲ ਨਾ ਹੀ ਇੱਕ ਪਰਟੀਕੂਲਰ ਸੈਂਟਰ ਦੇ ਨਾਲ ਹੀ ਨਹੀਂ, ICUs ਦੇ ਵਿੱਚ ਵੀ ਫਿਜ਼ੀਓਥੈਰੇਪੀ ਦਾ ਬਹੁਤ ਰੋਲ ਹੈ, ਜਿਹਦੇ ਵਿੱਚ ਚੈਸਟ ਫਿਜ਼ੀਓਥੈਰੇਪੀ ਆ ਜਾਂਦੀ ਹੈ, ਜਿੱਥੇ ਰੀਹੈਬਲੀਟੇਸ਼ਨ ਜਿਹੜੇ ਜਿਵੇਂ ਹੁਣ ਰੀਸੈਂਟਲੀ ਮਹਾਂਮਾਰੀ ਫੈਲੀ ਸੀ, ਕਰੋਨਾ ਦੀ ਮਹਾਂਮਾਰੀ ਫੈਲੀ ਸੀ, ਉਸ ਤੋਂ ਬਾਅਦ ਬੜੇ ਪੇਸ਼ੈਂਟਸ ਨੂੰ ਚੈਸਟ ਫਿਜ਼ੀਓਥੈਰੇਪੀ ਦੀ ਲੋੜ ਪਈ ਹੈ। ਡਿਊਰਿੰਗ ਕਰੋਨਾ ਵੀ ਅਤੇ ਆਫਟਰ ਕਰੋਨਾ ਵੀ ਫਿਜ਼ੀਓਥੈਰੇਪੀ ਦੇ ਨਾਲ ਉਹ ਪੇਸ਼ੈਂਟ ਜਿਹੜੇ ਨੇ ਉਹ ਰਿਕਵਰ ਕੀਤੇ ਨੇ। ਉਸ ਤੋਂ ਬਾਅਦ ਕਰੋਨਾ ਦੀ ਕੰਪਲੀਕੇਸ਼ਨਸ, ਜਿਨ੍ਹਾਂ ਦੇ ਪੈਚਿਸ ਲੰਗਸ ਦੇ ਵਿੱਚ ਰਹਿ ਜਾਂਦੇ ਸੀ ਜਾਂ ਨਿਊਮੋਨਾਈਟਸ, ਉਹਨਾਂ ਦੇ ਵਿੱਚ ਵੀ ਫਿਜ਼ੀਓਥੈਰੇਪੀ ਦਾ ਬੜਾ ਰੋਲ ਹੈ, ਬੜੀ ਕਾਰਗਰ ਹੈ, ਜਿਹਦੇ 'ਚ ਅਸੀਂ ਡੀਪ ਬਰੀਥਿੰਗ ਐਕਸਰਸਾਈਜ਼ਸ
ਰੀਸਪਾਇਰੋਮੀਟਰ ਪਲੱਸ ਪੋਸਚਰ, ਲੇਟਣ ਦਾ, ਪ੍ਰੋਨ ਲਾਈਨ, ਇਹ ਸਾਰਾ ਪੇਸ਼ੈਂਟ ਨੂੰ ਅਸੀਂ ਸਿਖਾਉਂਦੇ ਹਾਂ ਅਤੇ ਪੇਸ਼ੈਂਟ ਨੂੰ ਐਕਸਰਸਾਈਜ਼ ਦੇ ਨਾਲ, ਬਰੀਥਿੰਗ ਐਕਸਰਸਾਈਜ਼ ਦੇ ਨਾਲ ਉਹਨਾਂ ਨੂੰ ਠੀਕ ਕਰਦੇ ਹਾਂ। ਇਸ ਤੋਂ ਇਲਾਵਾ ਸਾਡੇ ਜਿਹੜੇ ਅੱਜ ਕੱਲ੍ਹ ਰੀਸੈਂਟਲੀ ਜਿਹੜੇ ਅੱਜ ਕੱਲ੍ਹ ਬੜੀ ਘਰਾਂ 'ਚ ਪ੍ਰੋਬਲਮ ਹੈ, ਕਮਰ ਦਰਦ ਅਤੇ ਸਰਵਾਈਕਲ ਬੜੀ ਆਮ ਪ੍ਰੋਬਲਮ ਹੈਗੀ ਹੈ, ਇਹਦਾ ਇਲਾਜ ਹੀ ਫਿਜ਼ੀਓਥੈਰੇਪੀ ਹੈ। ਮੇਰੇ ਕੋਲ ਕਈ ਤਰ੍ਹਾਂ ਦੇ ਪੇਸ਼ੈਂਟਸ ਆਉਂਦੇ ਨੇ ਇੱਥੇ, ਉਹ ਆਪਣੇ ਪ੍ਰੋਬਲਮਸ ਲੈ ਕੇ ਆਉਂਦੇ ਨੇ, ਬੜੀ ਕਾਮਨ ਹੈ, ਸਾਨੂੰ ਸਰਵਾਈਕਲ ਹੋ ਗਈ ਹੈ ਜੀ, ਸਾਨੂੰ ਕਮਰ ਦਰਦ ਹੋ ਗਈ ਹੈ ਜੀ। ਉਹਦਾ ਡਾਇਗਨੋਸ ਕਰਨਾ ਬੜਾ ਜ਼ਰੂਰੀ ਹੈ ਵੀ ਇਹ ਕਿਉਂ ਹੋਈ ਹੈ। ਉਹਦਾ ਪੇਸ਼ੈਂਟ ਦਾ ਲਾਈਫ ਸਟਾਈਲ ਕੀ ਹੈ, ਪੇਸ਼ੈਂਟ ਦੀ ਏਜ ਕੀ ਹੈ, ਕੋਈ ਉਹਦੇ 'ਚ ਕੋਈ ਚੇਂਜਸ ਤਾਂ ਨਹੀਂ ਆ ਰਹੇ ਪੇਸ਼ੈਂਟ ਨੂੰ, ਕੋਈ ਥਾਇਰਾਇਡ ਦਾ ਪੇਸ਼ੈਂਟ ਤਾਂ ਨਹੀਂ ਹੈ ਜਾਂ ਆਸਟੀਓਪੋਰੋਟਿਕ ਤਾਂ ਨਹੀਂ ਹੈਗਾ, ਪੇਸ਼ੈਂਟ ਨੂੰ ਕੋਈ ਕਮਜ਼ੋਰੀ ਤਾਂ ਨਹੀਂ ਅੰਦਰੂਨੀ ਹੈਗੀ। ਨਾਲ ਦੇ ਨਾਲ ਉਹਦੀ MRI CT ਸਕੈਨ ਇਹ ਅਸੀਂ ਕਰਵਾ ਕੇ ਦੇਖਦੇ ਹਾਂ, ਜੇ ਲੋਡ ਅਕੋਰਡਿੰਗ ਟੂ ਪੇਸ਼ੈਂਟ ਕੀ ਹੈ ਉਸ ਹਿਸਾਬ ਨਾਲ ਅਸੀਂ ਉਹਦਾ ਇੱਥੇ ਇਲਾਜ ਕਰਦੇ ਹਾਂ। ਡਾਇਗਨੋਸ ਠੀਕ ਹੋ ਜਾਏ ਤਾਂ ਇਲਾਜ ਬਿਲਕੁਲ ਕਾਰਗਰ ਹੋ ਜਾਂਦਾ ਹੈ। ਜੇ ਤੁਸੀਂ ਡਾਇਗਨੋਸ ਨਹੀਂ ਠੀਕ ਕਰੋਗੇ ਤਾਂ ਤੁਸੀਂ ਪੇਸ਼ੈਂਟ ਦਾ ਇਲਾਜ ਨਹੀਂ ਕਰ ਸਕਦੇ। ਸੋ ਇੱਥੇ ਕਈ ਕੁਐਕਸ ਵੀ ਚੱਲਦੇ ਨੇ, ਉਹ ਕੁਐਕਸ ਬਿਨਾਂ ਦੇਖੇ ਹੀ, ਬਿਨਾਂ ਡਾਇਗਨੋਸ ਤੋਂ ਹੀ ਟਰੀਟਮੈਂਟ ਕਰੀ ਜਾਂਦੇ ਨੇ, ਕੁਝ ਸਿੱਖ ਲੈਂਦੇ ਨੇ ਇੱਧਰੋਂ ਉੱਧਰੋਂ, ਹੱਥ ਪੈਰ ਮਾਰ ਲੈਂਦੇ ਨੇ, ਉਹ ਪੇਸ਼ੈਂਟ ਨੂੰ ਉਲਟਾ ਖਰਾਬ ਕਰ ਦਿੰਦੇ ਨੇ। ਸੋ ਸਾਡੇ ਜਿਵੇਂ ਕੁਆਲੀਫਾਈਡ ਫਿਜ਼ੀਓਥੈਰੇਪਿਸਟ ਤੋਂ ਹੀ ਉਹਨਾਂ ਨੂੰ ਜਿਹੜਾ ਹੈ ਇਹ ਟਰੀਟਮੈਂਟ ਲੈਣੇ ਚਾਹੀਦੇ ਆ। ਆਪਾਂ ਗੱਲ ਕਰੀਏ ਫਿਜ਼ੀਓਥੈਰੇਪੀ ਦੇ ਵੱਖਰੇ ਵੱਖਰੇ ਡਿਪਾਰਟਮੈਂਟ ਹੈਗੇ ਆ, ਅਤੇ ਜਿਸ ਤਰ੍ਹਾਂ ਕਿ ਜੁਆਇੰਟ ਪੇਨ ਆ ਜਾਂਦੀ ਹੈ, ਏਜ ਫੈਕਟਰ ਨਾਲ ਉਹ ਪੇਨ ਸ਼ੁਰੂ ਹੋ ਜਾਂਦੀ ਹੈ, ਜਿਸ ਦਾ ਇਲਾਜ ਇੱਕ ਟਾਈਮ 'ਤੇ ਆ ਕੇ ਨੀ ਰਿਪਲੇਸਮੈਂਟ ਆ ਜਾਂਦਾ ਹੈ। ਅਤੇ ਕੀ ਨੀ ਰਿਪਲੇਸਮੈਂਟ ਨੂੰ ਰੋਕਿਆ ਜਾ ਸਕਦਾ ਫਿਜ਼ੀਓਥੈਰੇਪੀ ਤੋਂ, ਜੇ ਸਟਾਰਟਿੰਗ 'ਤੇ ਇਸ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਵੇ? ਨੀ ਰਿਪਲੇਸਮੈਂਟ ਜਿਹੜੀ ਹੈ ਅੱਜ ਕੱਲ੍ਹ ਇੱਕ ਲਾਈਫ ਸਟਾਈਲ ਸਰਜਰੀ ਹੈ, ਇਟ ਇਜ਼ ਨਾਟ ਐਮਰਜੈਂਸੀ। ਸੋ ਇਹ ਪੇਸ਼ੈਂਟਸ ਜਿਨ੍ਹਾਂ ਦਾ ਵੀਅਰ ਐਂਡ ਟੀਅਰ ਜਾਂ ਓਬੀਜ਼ ਨੇ ਜ਼ਿਆਦਾ, ਖਾਸ ਕਰਕੇ ਲੇਡੀਜ਼ ਨੂੰ ਬਹੁਤ ਜ਼ਿਆਦਾ ਇਹ ਪ੍ਰੋਬਲਮ ਆਉਂਦੀ ਹੈ, ਜਿਹੜੇ ਕਿ 60 ਸਾਲ ਤੋਂ ਉੱਪਰ ਉਮਰ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਨ੍ਹਾਂ ਦੀ, ਉਹਨਾਂ ਦੇ ਵਿੱਚ ਆਰਥਰਾਈਟਿਕ ਚੇਂਜਸ ਆਉਣੇ ਸ਼ੁਰੂ ਹੋ ਜਾਂਦੇ ਨੇ। ਠੀਕ ਹੈ, ਜਿਹਦੇ 'ਚ ਸ਼ੁਰੂਆਤੀ ਲੱਛਣ ਹੁੰਦੇ ਨੇ ਪੈਰਾਂ 'ਚ ਸੁੰਨਪਨ ਆਉਣਾ, ਗੋਡੇ 'ਚ ਸੂਜਨ ਆ ਜਾਣਾ, ਨਸਾਂ ਪੈਰਾਂ ਦੀਆਂ ਜਿਹੜੀਆਂ ਨਸਾਂ ਫੁੱਲਦੀਆਂ, ਦਰਦ ਰਹਿਣਾ ਹਰ ਟਾਈਮ, ਜਦੋਂ ਖੜੇ ਹੋਣਾ ਵਜ਼ਨ ਨਹੀਂ ਪੈਣਾ ਗੋਡੇ 'ਤੇ, ਗੋਡੇ ਨੂੰ ਮੁੜਨ ਦੇ ਵਿੱਚ ਦਿੱਕਤ ਆਉਣੀ, ਇਹ ਸ਼ੁਰੂਆਤੀ ਲੱਛਣ ਹੁੰਦੇ ਨੇ। ਜੇ ਅਸੀਂ ਸ਼ੁਰੂਆਤ ਦੇ ਵਿੱਚ ਹੀ ਥੋੜ੍ਹੀ ਫਿਜ਼ੀਓਥੈਰੇਪੀ ਪਲੱਸ ਐਕਸਰਸਾਈਜ਼ ਦੇ ਨਾਲ ਇਹਨੂੰ ਅਸੀਂ ਕਿਉਰ ਕਰ ਸਕਦੇ ਹਾਂ। ਪੇਸ਼ੈਂਟ ਦਾ ਲਾਈਫ ਸਟਾਈਲ ਚੇਂਜ ਅਸੀਂ ਉਹਦੇ ਵੱਲ ਤਵੱਜੋ ਦਿੰਦੇ ਹਾਂ, ਉਹਨੂੰ ਐਕਸਰਸਾਈਜ਼ ਐਸੀਆਂ ਗਾਈਡ ਕਰਦੇ ਹਾਂ, ਕੁਝ ਪੋਸਚਰ ਐਸੇ ਰਿਵਾਈਜ਼ ਕਰਦੇ ਹਾਂ ਉਹਨਾਂ ਨੂੰ, ਜਿਹੜੇ ਕਿ ਇਹ ਪ੍ਰੋਬਲਮ ਤੋਂ ਉਹਨੂੰ ਰੋਕਿਆ ਜਾ ਸਕੇ ਉੱਥੇ। ਅਤੇ ਉਹਨੂੰ ਕੁਝ ਨਾਲ ਸਪਲੀਮੈਂਟਸ ਹੁੰਦੇ ਨੇ ਸਾਡੇ, ਜੁਆਇੰਟ ਸਪਲੀਮੈਂਟਸ, ਉਹ ਨਾਲ ਅਸੀਂ ਦਿੰਦੇ ਹਾਂ ਉਹਨਾਂ ਨੂੰ, ਜਿਹਦੇ ਨਾਲ ਪੇਸ਼ੈਂਟ ਕਾਫੀ ਹੱਦ ਤੱਕ ਜਿਹੜਾ ਇਹ ਕਿਉਰ ਹੋ ਜਾਂਦੀ ਹੈ। ਹਾਂ, ਇੱਕ ਸਟੇਜ ਹੈ, ਜੇ ਉਸ ਸਟੇਜ ਤੋਂ ਕ੍ਰਾਸ ਕਰ ਚੁੱਕਾ ਪੇਸ਼ੈਂਟ, ਅੱਗੇ ਆ ਚੁੱਕਾ ਹੈ, ਫਿਰ ਵੀ ਫਿਜ਼ੀਓਥੈਰੇਪੀ ਅਸੀਂ ਦਿੰਦੇ ਹਾਂ। ਪਰ ਹਾਂ, ਦ ਲਾਸਟ ਆਪਸ਼ਨ ਇਜ਼ ਸਰਜਰੀ। ਜੇ ਤਾਂ ਨਹੀਂ ਆਰਾਮ ਆਉਂਦਾ, ਉਹਦੇ ਨਾਲ ਸਟੇਜ ਐਡਵਾਂਸ ਹੋ ਜਾਂਦੀ ਹੈ ਜਦੋਂ, ਫਿਰ ਅਸੀਂ ਸਰਜਰੀ ਹੀ ਰਿਕਮੈਂਡ। ਅਤੇ ਕੀ ਸਰਜਰੀ ਤੋਂ ਬਾਅਦ ਵੀ ਫਿਜ਼ੀਓਥੈਰੇਪੀ ਦੀ ਲੋੜ ਪੈਂਦੀ ਹੈ? ਬਿਲਕੁਲ, ਸਰਜਰੀ ਤੋਂ ਬਾਅਦ ਫਿਜ਼ੀਓਥੈਰੇਪੀ ਦੀ ਹੀ ਲੋੜ ਪੈਂਦੀ ਹੈ ਉਹਨਾਂ ਨੂੰ, ਕਿਉਂਕਿ ਜਦੋਂ ਜੁਆਇੰਟ ਰਿਪਲੇਸ ਤੇ ਉਹਨਾਂ ਨੇ ਕਰ ਦੇਣਾ, ਪੇਸ਼ੈਂਟ ਨੂੰ ਮੋਬਿਲਾਈਜ਼ ਕਰਨਾ, ਪੇਸ਼ੈਂਟ ਦੀ ਮੋਬਿਲਿਟੀ ਲਿਆਉਣਾ, ਜੁਆਇੰਟ ਨੂੰ ਅਸੀਂ ਬੈਂਡਿੰਗ ਲਿਆਉਣਾ, ਉਹਦੀ ਪੇਸ਼ੈਂਟ ਨੂੰ ਨਾਰਮਲ ਲਾਈਫ ਸਟਾਈਲ 'ਚ ਲੈ ਕੇ ਆਉਣਾ, ਉਹ ਸਾਰਾ ਫਿਜ਼ੀਓਥੈਰੇਪੀ ਦਾ ਹੀ ਰੋਲ ਹੈ ਉਹਦੇ ਵਿੱਚ। ਇਹ ਤਕਰੀਬਨ 3 ਤੋਂ 4 ਹਫ਼ਤੇ ਜਾਂ ਮਹੀਨਾ ਡੇਢ ਮਹੀਨੇ ਦੀ ਫਿਜ਼ੀਓਥੈਰੇਪੀ ਦੇ ਨਾਲ ਪੇਸ਼ੈਂਟ ਬਿਲਕੁਲ ਆਪਣਾ ਨਾਰਮਲ ਕੰਡੀਸ਼ਨ 'ਚ ਆ ਜਾਂਦਾ। ਹਾਂ, ਬਹੁਤ ਜ਼ਰੂਰੀ ਹੈ, ਇਹ ਸਾਨੂੰ ਕਰਾਉਣੀ ਹੀ ਪੈਂਦੀ ਹੈ। ਆਪਾਂ ਗੱਲ ਕਰੀਏ ਫਿਜ਼ੀਓਥੈਰੇਪੀ ਡਿਪਾਰਟਮੈਂਟ ਜਿਹੜਾ ਹੈ ਕਿ ਸਰਜਰੀ ਤੋਂ ਪਹਿਲਾਂ ਅਤੇ ਸਰਜਰੀ ਤੋਂ ਬਾਅਦ ਦੋਨੋਂ ਟਾਈਮ ਹੀ ਇੱਕ ਪੇਸ਼ੈਂਟ ਦਾ ਸਾਥੀ ਬਣ ਕੇ ਖਲੋਂਦਾ ਉਹਦੀ ਬੋਡੀ ਨੂੰ ਕਿਉਰ ਕਰਨ ਦੇ ਲਈ। ਇੱਕ ਫਿਜ਼ੀਓਥੈਰੇਪਿਸਟ ਹੀ ਐਸੀ ਡਿਪਾਰਟਮੈਂਟ ਹੈ, ਫਿਜ਼ੀਓਥੈਰੇਪੀ ਹੀ ਇੱਕ ਇਹੋ ਜਿਹਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਅੱਜ ਦੇ ਟਾਈਮ ਦੇ ਵਿੱਚ ਇੱਕ ਵਰਦਾਨ ਹੈ ਲੋਕਾਂ ਨੂੰ, ਕਿ ਉਹ ਪੇਸ਼ੈਂਟ ਨੂੰ ਸ਼ੁਰੂ ਤੋਂ ਲੈ ਕੇ ਪੇਸ਼ੈਂਟ ਦੇ ਠੀਕ ਹੋਣ ਤੱਕ, ਐਂਡ ਤੱਕ, ਬਿਫੋਰ ਸਰਜਰੀ ਐਂਡ ਆਫਟਰ ਸਰਜਰੀ, ਉਹ ਪੇਸ਼ੈਂਟ ਦੇ ਨਾਲ ਹਮੇਸ਼ਾ ਟਾਈ ਅਪ ਰਹਿੰਦਾ ਹੈ। ਬਿਫੋਰ ਸਰਜਰੀ ਉਹਦੇ ਵਿੱਚ ਕੁਝ ਮਾਰਕਸ ਹੁੰਦੇ ਨੇ ਜਿਹੜੇ ਅਸੀਂ ਪੇਸ਼ੈਂਟ ਨੂੰ ਦੇਖ ਕੇ ਉਹਦੀ ਕਿੰਨੀ ਕੁ ਮੋਬਿਲਿਟੀ ਹੈ, ਕਿੰਨਾ ਕੁ ਡੀਏ ਰੇਂਜ ਹੈ ਜੁਆਇੰਟ ਉਹਦੀ ਕਿੰਨੀ ਕੁ ਲਾਈਫ ਕਿੰਨੀ ਕੁ ਰਹਿ ਗਈ ਹੈ ਉਹਦੇ ਜੁਆਇੰਟ ਦੀ, ਠੀਕ ਹੈ, ਉਹ ਅਸੀਂ ਅਸੈਸਮੈਂਟ ਹੁੰਦੀ ਹੈ ਸਾਡੀ, ਉਹ ਅਸੀਂ ਅਸੈਸਮੈਂਟ ਕਰਦੇ ਹਾਂ। ਅਸੈਸਮੈਂਟ ਤੋਂ ਬਾਅਦ ਸਾਡੀ ਡਿਸਕਸ਼ਨ ਹੁੰਦੀ ਹੈ ਸਰਜਨ ਦੇ ਨਾਲ ਕਿ ਹਾਂ ਇਹ ਅਸੀਂ ਇਹਨੂੰ ਦਿੱਤਾ, ਇਹ ਚੀਜ਼ਾਂ ਕਰਾਈਆਂ, ਇਹ ਅਸੈਸਮੈਂਟ ਸੀ ਇਹਦੀ, ਉਸ ਤੋਂ ਬਾਅਦ ਇਹ ਸਟੇਜ 'ਤੇ ਪਹੁੰਚ ਗਿਆ। ਹਾਂ, ਜੇ ਤਾਂ ਉਹ ਪੇਸ਼ੈਂਟ ਨੂੰ ਰਿਕਵਰੀ ਆ ਜਾਂਦੀ ਹੈ ਨਾਲ ਤੇ ਬੜਾ ਅੱਛਾ ਰਿਜ਼ਲਟ ਆ ਜਾਂਦੇ ਨੇ। ਹਾਂ, ਜੇ ਐਡਵਾਂਸ ਸਟੇਜ ਹੈ ਉਹਦੇ ਵਿੱਚ ਫਿਰ ਸਰਜਰੀ ਕਰਾਉਣੀ ਪੈਂਦੀ ਹੈ। ਸਰਜਰੀ ਤੋਂ ਬਾਅਦ ਵੀ ਫਿਰ ਸਾਡਾ ਰੋਲ ਹੈ ਉਹਦੇ ਵਿੱਚ, ਫਿਰ ਮੋਬਿਲਿਟੀ ਲਿਆਉਣੀ ਪੈਂਦੀ ਹੈ ਦੁਬਾਰਾ ਸਾਨੂੰ ਜੁਆਇੰਟ ਰਿਪਲੇਸਮੈਂਟ ਤੋਂ ਬਾਅਦ। ਸੋ ਦੋਵਾਂ ਤਰਫਾਂ ਤੋਂ ਹੀ ਸਾਡਾ ਬਹੁਤ ਰੋਲ ਹੈ ਇਹਦੇ ਵਿੱਚ। ਆਪਾਂ ਗੱਲ ਕਰੀਏ ਕਾਰਡਿਕ ਪੇਸ਼ੈਂਟ ਦੀ, ਤੇ ਕਾਰਡਿਕ ਪੇਸ਼ੈਂਟ ਨੂੰ ਫਿਜ਼ੀਓਥੈਰੇਪੀ ਦੀ ਲੋੜ ਕਿੰਨੀ ਕੁ ਪੈਂਦੀ ਹੈ, ਤੇ ਕਿ ਉਹਦੇ ਨਾਲ ਕਿੰਨਾ ਕੁ ਕਿਉਰ ਹੋ ਸਕਦਾ ਪੇਸ਼ੈਂਟ ਫਿਜ਼ੀਓਥੈਰੇਪੀ ਦੇ ਨਾਲ? ਦੇਖੋ, ਕਾਰਡਿਕ ਪੇਸ਼ੈਂਟ ਜਿਹੜਾ ਨਾ, ਦੋ ਤਰ੍ਹਾਂ ਦੇ ਅਸੀਂ ਬੇਸਿਕਲੀ, ਇੱਕ ਪੋਸਟ ਆਪ ਕੇਸ ਹੁੰਦੇ ਨੇ ਜਿਹੜੇ ਸਰਜਰੀ ਤੋਂ ਬਾਅਦ, ਬਾਈਪਾਸ ਸਰਜਰੀ ਤੋਂ ਬਾਅਦ, ਇੱਕ ਪੋਸਟ ਸਟੈਂਟਿੰਗ ਕੇਸ ਹੁੰਦੇ ਨੇ
ਜਿਹੜੇ ਹਾਰਟ ਦੇ ਪੇਸ਼ੈਂਟ ਆ ਉਹਨਾਂ ਦੇ ਵਿੱਚ ਮੋਸਟਲੀ ਜਿਹੜੇ ਲੰਗਸ ਕੋਲੈਪਸ ਬੜੀ ਜਲਦੀ ਹੁੰਦੇ ਨੇ। ਸੋ ਪੋਸਟ ਆਪ ਸਰਜਰੀ ਦੇ ਵਿੱਚ ਲੰਗ ਕੋਲੈਪਸ ਵਿੱਚ ਚੈਸਟ ਫਿਜ਼ੀਓਥੈਰੇਪੀ ਦੇ ਕੇ ਅਸੀਂ ਉਹਨਾਂ ਦੀ ਉਹ ਲੰਗਸ ਦੇ ਕੋਲੈਪਸ ਖੋਲ੍ਹਦੇ ਹਾਂ, ਜਿਹਦੇ ਨਾਲ ਉਹਨਾਂ ਦੀ ਸੈਚੂਰੇਸ਼ਨ, ਜਿਹਨੂੰ ਆਕਸੀਜਨ ਲੈਵਲ ਕਹਿ ਦਿੰਦੇ ਹਾਂ ਅਸੀਂ, ਉਹ ਇੰਪਰੂਵ ਹੋਣਾ ਸ਼ੁਰੂ ਹੋ ਜਾਂਦੇ ਨੇ। ਕਿਉਂਕਿ ਜੇ ਆਕਸੀਜਨ ਲੈਵਲ ਇੰਪਰੂਵ ਨਹੀਂ ਹੋਣਗੇ, ਉਹਦੇ ਬਲੱਡ ਗੈਸਿਸ ਠੀਕ ਨਹੀਂ ਹੋਣਗੇ, ਤੇ ਪੇਸ਼ੈਂਟ ਜਿਹੜਾ ਉਹ ਡਿਟੀਰੀਓਰੇਟ ਹੋ ਜਾਂਦਾ, ਉਹਨੂੰ ਫਿਰ ਵੈਂਟੀਲੇਟਰ ਤੇ ਪੈਣਾ ਪੈ ਸਕਦਾ ਹੈ। ਠੀਕ ਹੈ, ਉਹਦੇ 'ਚ ਸਾਨੂੰ ਫਿਰ ਡਬਲ ਸਾਰਿਆਂ ਨੂੰ, ਸਰਜਨ ਨੂੰ ਵੀ ਮਿਹਨਤ ਕਰਨੀ ਪੈਂਦੀ ਹੈ। ਸੋ ਆਫਟਰ ਸਰਜਰੀ ਇਮੀਡੀਏਟ ਹੀ ਅਸੀਂ ਜਿਹੜਾ ਪੇਸ਼ੈਂਟ ਨੂੰ ਅਸੀਂ ਫਿਜ਼ੀਓਥੈਰੇਪੀ ਦੇ ਕੇ ਉਹਦੀ ਚੈਸਟ ਤੋਂ ਰੀਹੈਬਿਲਿਟੇਸ਼ਨ ਦਾ ਪ੍ਰੋਸੈਸ ਹੁੰਦਾ, ਜਿਹੜਾ 7-8-10 ਦਿਨ ਦਾ ਹੁੰਦਾ, ਉਹ ਕਰਾ ਕੇ ਉਹਨੂੰ ਅਰਲੀ ਮੋਬਿਲਾਈਜੇਸ਼ਨ ਬੈੱਡ ਤੋਂ ਬਾਹਰ ਕਰਾ ਕੇ ਉਹਨੂੰ ਮੋਬਾਈਲ ਕਰ ਦਈਦਾ, ਤੇ ਪੇਸ਼ੈਂਟ ਦੀ ਰਿਕਵਰੀ ਆਲਮੋਸਟ 110% ਹੋ ਜਾਂਦੀ ਹੈ ਫਿਜ਼ੀਓਥੈਰੇਪੀ ਦੇ ਨਾਲ ਬਰੀਥਿੰਗ ਐਕਸਰਸਾਈਜ਼, ਸਟੀਮ ਇਨਹੇਲੇਸ਼ਨ, ਰੈਸਪਿਊਲਸ ਇਨਹੇਲੇਸ਼ਨ, ਇਹ ਸਾਡੀਆਂ ਟੈਕਨੀਕਸ ਹੁੰਦੀਆਂ, ਉਹ ਦੇ ਕੇ ਅਸੀਂ ਪੇਸ਼ੈਂਟ ਨੂੰ, ਤੇ ਪੇਸ਼ੈਂਟ ਨੂੰ ਜਿਹੜਾ ਹੈ ਉਹ ਆਫਟਰ ਸਰਜਰੀ ਉਹਨੂੰ ਠੀਕ ਕਰ ਦਿੰਦੇ ਹਾਂ। ਹਾਂ, ਪੋਸਟ ਸੈਂਟਿੰਗ ਕਈ ਪੇਸ਼ੈਂਟ ਦੇਖੇ ਗਏ ਆ ਜਿਹੜੇ ਲੌਂਗ ਬੈੱਡ ਰਿਡਨ ਰਹਿੰਦੇ ਨੇ, ਜਿਨ੍ਹਾਂ ਨੂੰ ਥੋੜ੍ਹਾ ਦੇਰ ਬੈੱਡ ਦੇ ਉੱਤੇ ਲੇਟਣਾ ਪੈ ਜਾਂਦਾ ਹੈ ਦਵਾਈਆਂ ਕਰਕੇ, ਕੁਛ ਉਹਨਾਂ ਦੀ ਪ੍ਰੋਬਲਮ ਐਸੀ ਰਹਿੰਦੀ ਹੈ, ਉਹਨਾਂ ਦੇ ਵਿੱਚ ਵੀ ਅਸੀਂ ਚੈਸਟ ਫਿਜ਼ੀਓਥੈਰੇਪੀ ਦਿੰਦੇ ਹਾਂ। ਬਰੀਥਿੰਗ ਐਕਸਰਸਾਈਜ਼ ਜਿਹੜੀਆਂ ਖਾਸ ਕਰਕੇ ਉਹ ਰਿਕਮੈਂਡਡ ਹੁੰਦੀਆਂ, ਨਾਲ ਦੇ ਨਾਲ ਮਾਈਲਡ ਐਕਸਰਸਾਈਜ਼, ਹੱਥਾਂ ਦੀ ਪੈਰਾਂ ਦੀ ਥੋੜ੍ਹੀ ਜਿਹੀ ਐਕਸਰਸਾਈਜ਼ ਦੇ ਨਾਲ ਉਹਨਾਂ ਦੀ ਬਲੱਡ ਸਰਕੂਲੇਸ਼ਨ ਇੰਪਰੂਵ ਰਹਿੰਦੀ ਆ, ਹਾਰਟ 'ਤੇ ਲੋਡ ਨਹੀਂ ਜ਼ਿਆਦਾ ਪੈਂਦਾ, ਪਲੱਸ ਉਹਨਾਂ ਦੀ ਆਕਸੀਜਨੇਸ਼ਨ ਲੈਵਲ ਜਿਹੜੇ ਉਹ ਇੰਪਰੂਵ ਰਹਿੰਦੇ ਨੇ। ਇਹ ਬੜਾ ਇੰਪੋਰਟੈਂਟ ਇੱਕ ਫੈਕਟਰ ਹੈਗਾ ਰਿਕਵਰੀ ਦੇ ਵਿੱਚ ਫਿਜ਼ੀਓਥੈਰੇਪੀ। ਗੱਲ ਕਰੀਏ ਹੋਰ ਕਿਹੜੇ ਡਿਪਾਰਟਮੈਂਟ ਆਪਾਂ ਫਿਜ਼ੀਓਥੈਰੇਪੀ ਦੇ ਵਿੱਚ ਕਵਰ ਕਰਦੇ ਆ, ਤੇ ਜਿਸ ਤਰ੍ਹਾਂ ਕਿ ਕਾਰਡਿਕ ਹੋ ਗਿਆ, ਆਰਥੋ ਹੋ ਗਿਆ, ਹੋਰ ਕਿਸ ਤਰ੍ਹਾਂ ਦੇ ਡਿਪਾਰਟਮੈਂਟ ਆਪਾਂ ਵਿੱਚ ਕਵਰ ਕਰ ਰਹੇ ਹਾਂ? ਨਿਊਰੋਲੋਜੀਕਲ ਡਿਪਾਰਟਮੈਂਟ ਜਿਹੜਾ ਨੰਬਰ 1 ਡਿਪਾਰਟਮੈਂਟ ਜਿਹੜਾ ਅੱਜ ਦੀ ਡੇਟ ਵਿੱਚ ਹੈ, ਉਹਦੇ 'ਚ ਤਾਂ ਫਿਜ਼ੀਓਥੈਰੇਪੀ ਹੀ ਰਿਕਮੈਂਡਡ ਹੁੰਦੀ ਹੈ। ਪ੍ਰੀ ਆਪ, ਪੋਸਟ ਆਪ, ਅਧਰੰਗ ਹੋ ਜਾਣਾ ਕਿਸੇ ਨੂੰ, ਕੋਈ ਸਰਵਾਈਕਲ ਦੀ ਪ੍ਰੋਬਲਮ, ਬੈਕ ਏਕ ਪ੍ਰੋਬਲਮ, ਕੋਈ ਬ੍ਰੇਨ ਦੇ ਨਾਲ ਰਿਲੇਟਡ ਪ੍ਰੋਬਲਮ ਹੋ ਗਈ ਹੈ, ਇਹ ਸਾਰੀ ਨਿਊਰੋਲੋਜੀਕਲ ਪ੍ਰੋਬਲਮਸ ਹੁੰਦੀਆਂ, ਇਹਦੇ ਵਿੱਚ ਫਿਜ਼ੀਓਥੈਰੇਪੀ ਹੀ ਦਿੱਤੀ ਜਾਂਦੀ ਹੈ ਪੇਸ਼ੈਂਟਸ ਨੂੰ। ਈਵਨ ਅੱਜ ਦੇ ਸਾਡੇ ਜਿਹੜੇ ਨਿਊਰੋਲੋਜਿਸਟ ਜਾਂ ਨਿਊਰੋ ਸਰਜਨਸ ਹੈ, ਦੇ ਆਲਵੇਜ਼ ਰਿਕਮੈਂਡ ਅ ਗੁੱਡ ਫਿਜ਼ੀਓਥੈਰੇਪਿਸਟ ਕਿ ਤੁਸੀਂ ਇੱਕ ਅੱਛੇ ਫਿਜ਼ੀਓਥੈਰੇਪਿਸਟ ਨੂੰ ਮਿਲੋ, ਉੱਥੋਂ ਆਪਣਾ ਇਲਾਜ ਕਰਾਓ। ਤੇ ਮੈਂ ਤਾਂ ਇਹੀ ਕਹਾਂਗਾ ਕਿ ਇਹਦੇ ਨਾਲ ਤੁਹਾਨੂੰ ਜਿਹੜੀ ਸਪੋਰਟਸ ਇੰਜਰੀਆਂ ਵੀ ਹੈਗੀਆਂ ਉਹ ਵੀ ਅਸੀਂ ਨਾਲ ਕਵਰ ਕਰਦੇ ਹਾਂ। ਜਿਵੇਂ ਐਥਲੀਟ ਨੇ, ਐਥਲੀਟ ਨੂੰ ਕਿਸੇ ਨੂੰ ਐਂਕਲ ਸਪਰੇਨ ਹੋ ਜਾਂਦਾ ਹੈ, ਕਿਸੇ ਨੂੰ ਸ਼ੋਲਡਰ ਦੀ ਪ੍ਰੋਬਲਮ ਹੋ ਜਾਂਦੀ ਹੈ, ਜਿਮ ਲਵਰਸ ਨੇ ਜਿਹੜੇ ਤੁਸੀਂ ਜੇ ਜਿਮ ਲਵਰਸ ਨੂੰ ਦੇਖਿਆ ਹੈਗਾ, ਉਹਨਾਂ ਨੂੰ ਕੋਈ ਨਾ ਕੋਈ ਸਰੀਰਕ ਪ੍ਰੋਬਲਮ ਆਉਂਦੀ ਰਹਿੰਦੀ ਹੈ, ਉਹਨਾਂ ਨੂੰ ਫਿਜ਼ੀਓਥੈਰੇਪੀ ਦੇ ਨਾਲ ਹੀ ਅਸੀਂ ਕਿਉਰ ਕਰਦੇ ਹਾਂ, ਤੇ ਬੜੀ ਅੱਛੇ ਰਿਜ਼ਲਟਸ ਮਿਲ ਜਾਂਦੇ ਨੇ ਉਹਨਾਂ ਨੂੰ। ਹਰ ਤਰ੍ਹਾਂ ਦੀ ਪ੍ਰੋਬਲਮ ਅੱਜ ਦੀ ਡੇਟ ਵਿੱਚ ਉਹਦਾ ਇਲਾਜ ਫਿਜ਼ੀਓਥੈਰੇਪੀ ਹੀ ਹੈ। ਜੇ ਆਪਾਂ ਗੱਲ ਕਰੀਏ ਫਿਜ਼ੀਓਥੈਰੇਪੀ ਦੀ, ਫਿਜ਼ੀਓਥੈਰੇਪੀ ਦੇ ਵਿੱਚ ਹਰ ਤਰ੍ਹਾਂ ਦੇ ਇਲਾਜ ਕੀਤੇ ਜਾ ਰਹੇ ਹਨ, ਤੇ ਆਪਾਂ ਕਿੱਥੋਂ ਤੁਹਾਡੇ ਕੋਲ ਪੇਸ਼ੈਂਟ ਆਉਂਦੇ ਹਨ ਜਿਹੜੇ ਕਿ ਇੱਥੋਂ ਇਲਾਜ ਕਰਵਾਉਣ ਤੁਹਾਡੇ ਕੋਲ ਦੂਰ ਤੋਂ ਆ ਰਹੇ ਹਨ, ਤੇ ਕਿੱਥੋਂ ਪੇਸ਼ੈਂਟ ਆ ਰਹੇ ਹਨ? ਸਾਡੇ ਕੋਲ ਪਠਾਨਕੋਟ, ਗੁਰਦਾਸਪੁਰ, ਸ਼੍ਰੀਨਗਰ, ਕਾਫੀ ਇਸ ਸਾਈਡ ਦੇ ਕੇਸਿਸ ਨੇ, ਪਲੱਸ ਇੱਧਰ ਤਰਨਤਾਰਨ ਸਾਈਡ, ਖੇਮਕਰਨ, ਭਿੱਖੀਵਿੰਡ, ਜਿੰਨੇ ਵੀ ਸਾਡੇ ਸਰਾਊਂਡਿੰਗਸ ਨੇ, ਲੋਕਲ ਤੇ ਚਲੋ ਹੈ ਹੀ ਨੇ ਜਿਹੜੇ ਆ। ਸੋ ਆਲਮੋਸਟ ਕਹਿ ਲਓ ਫੋਰਨ ਤੋਂ ਵੀ ਸਾਡੇ ਕੋਲ, ਅਮਰੀਕਾ, ਕੈਨੇਡਾ ਤੋਂ ਵੀ ਪੇਸ਼ੈਂਟਸ ਆਏ ਨੇ ਜਿਹੜੇ ਇੱਥੋਂ ਲਾਭਪ੍ਰਦ ਹੋ ਕੇ ਗਏ ਨੇ ਤੇ ਠੀਕ ਹੋ ਕੇ ਗਏ ਨੇ। ਬੜੀਆਂ ਵਿਸ਼ੇਸ ਭੇਜਦੇ ਨੇ ਮੈਨੂੰ ਉੱਥੋਂ, ਤੇ ਬੜਾ ਅੱਛਾ ਲੱਗਦਾ ਹੈ, ਕਿਉਂਕਿ ਉੱਥੇ ਫਿਜ਼ੀਓਥੈਰੇਪੀ ਇੱਕ ਤਾਂ ਬਹੁਤ ਮਹਿੰਗਾ ਇਲਾਜ ਹੈ ਫੋਰਨ ਕੰਟਰੀ ਦੇ ਵਿੱਚ। ਜਿੰਨੇ ਦੀ ਉਹਨਾਂ ਦੀ ਉੱਥੋਂ ਟਿਕਟ ਹੁੰਦੀ ਹੈ, ਇੱਥੇ ਤਾਂ ਉਹਨਾਂ ਦਾ ਇਲਾਜ ਹੀ ਹੋ ਜਾਂਦਾ। ਉੱਥੋਂ ਦਾ ਮਤਲਬ ਇਲਾਜ ਇੰਨਾ ਮਹਿੰਗਾ ਹੈ ਉਹਨਾਂ ਦਾ, ਟਿਕਟ ਕਰਾ ਕੇ ਇੱਥੇ ਇਲਾਜ ਕਰਾ ਕੇ ਤਾਂ ਵੀ ਪੈਸੇ ਬਚ ਜਾਂਦੇ ਨੇ ਉਹਨਾਂ ਦੇ। ਤੇ ਦੂਸਰਾ, ਉੱਥੇ ਫਿਜ਼ੀਓਥੈਰੇਪੀ ਦੀ ਅਪਾਇੰਟਮੈਂਟ ਨਹੀਂ ਮਿਲਦੀ ਉਹਨਾਂ ਨੂੰ ਬੜਾ ਪ੍ਰੋਲੋਂਗ ਟਾਈਮ ਵੇਟ ਕਰਨਾ ਪੈਂਦਾ ਫਿਜ਼ੀਓਥੈਰੇਪਿਸਟ ਦੀ ਅਪਾਇੰਟਮੈਂਟ ਦੇ ਲਈ। ਤੇ ਸਾਡੇ ਕੋਲ ਇੱਥੇ ਸ਼ਹਿਰ ਦੇ ਵਿੱਚ ਕਾਫੀ ਨਾਮੀ ਫਿਜ਼ੀਓਥੈਰੇਪਿਸਟ ਵੀ ਹੈਗੇ ਨੇ। ਸੋ ਕੁਆਲੀਫਾਈਡ ਫਿਜ਼ੀਓਥੈਰੇਪਿਸਟ ਤੋਂ ਹੀ ਮੈਂ ਤੇ ਹਮੇਸ਼ਾ ਇਹੀ ਕਹਾਂਗਾ ਕਿ ਉਹਨਾਂ ਤੋਂ ਹੀ ਕਰਾਉਣਾ ਚਾਹੀਦਾ। ਤੇ ਜਿਹੜੀ ਅੱਜ ਕੱਲ੍ਹ ਫੋਰਨ ਕੰਟਰੀ 'ਚ ਜਿਹੜੀਆਂ ਚੀਜ਼ਾਂ ਅਡੈਪਟ ਹੋ ਰਹੀਆਂ, ਅਸੀਂ ਬੜੇ ਖੁਸ਼ਕਿਸਮਤ ਹਾਂ ਕਿ ਇਹ ਸਾਡੇ ਹੁਣ ਇੰਡੀਆ ਦੇ ਵਿੱਚ ਵੀ ਇਹਨੂੰ ਜਿਹੜੀ ਹੈ ਪ੍ਰਮੋਸ਼ਨ ਮਿਲਣੀ ਸ਼ੁਰੂ ਹੋ ਗਈ ਹੈ। ਤੇ ਤੁਹਾਡੇ ਚੈਨਲ ਦੇ ਰਾਹੀਂ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਵੀ ਜਿਹੜੇ ਹੈ ਫਿਜ਼ੀਓਥੈਰੇਪੀ ਕਿਸੇ ਕੁਆਲੀਫਾਈਡ ਫਿਜ਼ੀਓਥੈਰੇਪਿਸਟ ਤੋਂ ਹੀ ਆਪਣਾ ਟ੍ਰੀਟਮੈਂਟ ਕਰਾਓ। ਤੇ ਆਪਾਂ ਗੱਲ ਕਰੀਏ ਕੁਝ ਹੈਲਦੀ ਪਰਸਨ ਲਈ, ਜਿਨ੍ਹਾਂ ਤੋਂ ਜਾਂ ਫਿਰ ਸ਼ੁਰੂਆਤੀ ਲੱਛਣ ਵਾਲਿਆਂ ਲਈ, ਉਹਨਾਂ ਲਈ ਕੋਈ ਖਾਸ ਟਿਪਸ ਜਿਸ ਕਰਕੇ ਉਹ ਆਪਣੇ ਸਰੀਰ ਨੂੰ ਬਚਾ ਸਕਣ, ਕਿਉਂਕਿ ਸਰੀਰ ਹੀ ਇਨਸਾਨ ਦਾ ਐਸਾ ਸਾਥੀ ਹੈ ਜੋ ਕਿ ਅੰਤ ਤੱਕ ਉਹਦੇ ਨਾਲ ਚੱਲਣਾ ਤੇ ਉਸ ਦੀ ਵਰਤੋਂ, ਉਸ ਦਾ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ। ਤੇ ਸਾਡੇ ਦਰਸ਼ਕਾਂ ਲਈ ਇੱਕ ਕੋਈ ਟਿਪਸ ਜੋ ਕਿ ਉਹ ਆਪਣੇ ਸਰੀਰ ਨੂੰ ਬਿਹਤਰ ਬਣਾ ਸਕਣ ਤੇ ਬਿਮਾਰੀ ਤੋਂ ਬਚ ਸਕਣ? ਦੇਖੋ, ਬੇਸਿਕ ਟਿਪਸ ਹੈਗੇ ਨੇ। ਆਪਣੀ ਦਿਨਚਰਿਆ ਦੇ ਵਿੱਚ ਆਪਣੇ ਸਰੀਰ ਲਈ 1 ਘੰਟਾ ਜ਼ਰੂਰ ਰੋਜ਼ ਕੱਢੋ। ਸਵੇਰੇ ਉੱਠੋ, ਚਾਹੇ ਤੁਸੀਂ ਸੈਰ ਕਰੋ, ਚਾਹੇ ਤੁਸੀਂ ਯੋਗਾ ਕਰੋ, ਚਾਹੇ ਤੁਸੀਂ ਜਿਮ ਕਰੋ ਜਾਂ ਕੋਈ ਹੋਰ ਐਕਟੀਵਿਟੀ ਕਰੋ, ਸਪੋਰਟਸ ਐਕਟੀਵਿਟੀ ਕਰੋ, ਐਟ ਲੀਸਟ ਆਪਣੇ ਤੇ 45 to 60 ਮਿੰਟਸ ਇੱਕ ਬੰਦੇ ਨੂੰ ਜ਼ਰੂਰ ਲਗਾਉਣੇ ਚਾਹੀਦੇ ਨੇ, ਪਹਿਲੀ ਚੀਜ਼। ਦੂਸਰੀ ਚੀਜ਼, 30% ਰੋਲ ਸਾਡੀ ਐਕਸਰਸਾਈਜ਼ ਦਾ ਹੁੰਦਾ, 70% ਰੋਲ ਸਾਡੀ ਡਾਈਟ ਦਾ। ਅਸੀਂ ਜੇ ਸਵੇਰੇ ਸਪੋਜ਼ ਕਰੋ ਜੋਗਿੰਗ ਕਰ ਰਹੇ ਹਾਂ
ਆ ਕੇ ਘਰ ਫਿਰ ਅਨਹੈਲਦੀ ਖਾਣਾ ਖਾਈ ਜਾਂਦੇ ਆ, ਉਹਦੇ ਨਾਲ ਸਾਨੂੰ ਨੁਕਸਾਨ ਹੋਣਾ ਹੈ। ਆਪਣੀ ਡਾਈਟ ਦਾ ਇਹਦੇ ਵਿੱਚ ਬਹੁਤ ਰੋਲ ਹੈ, 70% ਡਾਈਟ ਦਾ ਰੋਲ ਹੈ। ਅੱਛੀ ਕੈਲਕੂਲੇਟਿਵ ਡਾਈਟ ਲੈਣੀ ਚਾਹੀਦੀ ਹੈ। ਸਾਨੂੰ ਕਿੰਨੇ ਪ੍ਰੋਟੀਨਸ ਚਾਹੀਦੇ ਆ, ਸਾਨੂੰ ਕਿੰਨੇ ਕਾਰਬਸ ਚਾਹੀਦੇ ਆ, ਅਕੋਰਡਿੰਗ ਟੂ ਬੋਡੀ weight। ਇੱਕ ਬੋਡੀ weight ਦੇ ਅਨੁਸਾਰ ਸਾਡਾ ਇੱਕ ਡਾਈਟ ਚਾਰਟ ਬਣ ਜਾਂਦਾ ਹੈ। ਸਾਨੂੰ ਇਹੀ ਚੀਜ਼ਾਂ ਲੈਣੀਆਂ ਚਾਹੀਦੀਆਂ ਨੇ, ਪ੍ਰੋਟੀਨ, ਕਾਰਬਸ, ਇੱਕ ਕੈਲਕੂਲੇਟਿਵ ਡਾਈਟ ਲੈਣੀ ਚਾਹੀਦੀ ਹੈ। ਨਟਸ ਹੋ ਗਏ, ਵੈਜੀਟੇਬਲਸ ਹੋ ਗਈਆਂ। ਹਾਂ, ਜੇ ਨਾਨ ਵੈਜ ਲੈ ਲੈਂਦੇ ਹੋ ਤੇ ਲੀਨ ਮੀਟਸ ਜਿਵੇਂ ਆ ਉਹ ਤੁਸੀਂ ਲੈ ਸਕਦੇ ਹੋ। ਐਗਸ ਆਰ ਵੈਰੀ ਗੁੱਡ ਸੋਰਸ ਆਫ ਪ੍ਰੋਟੀਨ। ਸਪਲੀਮੈਂਟਸ ਲੈ ਸਕਦੇ ਹੋ, ਪਰ ਰਿਕਮੈਂਡਡ ਜਿਹੜੇ ਅੱਛੀ ਕੰਪਨੀ ਦੇ ਉਹੀ ਲਵੋ। ਨੈਚੁਰਲ ਡਾਈਟ ਵਰਗੀ ਚੀਜ਼ ਨਹੀਂ ਹੈ। ਸੈਲਡਸ, ਫਾਈਬਰਸ, ਇਹਨਾਂ ਨੂੰ ਆਪਣੀ ਡਾਈਟ 'ਚ ਇਨਵੋਲਵ ਕਰੋ ਤੁਸੀਂ, ਇਹ ਬਹੁਤ ਜ਼ਰੂਰੀ ਹੈ। ਹਾਂ, ਥਰਡ, ਇੱਕ ਆਪਣੇ ਆਪ ਨੂੰ ਕਿਸੇ ਵੀ ਸਿਚੁਏਸ਼ਨ 'ਚ ਰਿਲੈਕਸ ਰੱਖੇ ਬੰਦਾ। ਸਪੋਜ਼ ਕਰੋ ਕਿਸੇ ਨੂੰ ਕੋਈ ਪ੍ਰੋਬਲਮ ਆ ਗਈ ਹੈ ਤਾਂ ਪੈਨਿਕ ਨਾ ਕ੍ਰੀਏਟ ਕਰੇ। ਦੇਖੋ ਅੱਜ ਦੀ ਡੇਟ ਵਿੱਚ ਹਰ ਚੀਜ਼ ਦਾ ਇਲਾਜ ਸੰਭਵ ਹੈਗਾ। ਜੇ ਅਸੀਂ ਆਪਣੇ ਆਪ ਨੂੰ ਪੈਨਿਕ ਕ੍ਰੀਏਟ ਕਰ ਲੇਗਾ ਪੇਸ਼ੈਂਟ, ਤਾਂ ਆਪਣਾ ਨੁਕਸਾਨ ਹੋਰ ਕਰਾ ਲੇਗਾ। ਜਿਵੇਂ ਫਰਜ਼ ਕਰੋ ਕਿਸੇ ਪੇਸ਼ੈਂਟ ਨੂੰ ਕੋਈ ਚੱਕਰ ਆ ਜਾਂਦਾ, ਬੀਪੀ, ਨੈਚੁਰਲ ਗੱਲ ਆ, ਜਾਂ ਬੀਪੀ ਹਾਈ ਹੈ ਜਾਂ ਸਰਵਾਈਕਲ ਦੀ ਪ੍ਰੋਬਲਮ ਹੈ, ਉਹ ਘਬਰਾ ਜਾਂਦਾ ਕਿ ਕੀ ਹੋ ਗਿਆ, ਜਿਹਦੇ ਨਾਲ ਅਗੇਨ ਉਹਦਾ ਬੀਪੀ ਸ਼ੂਟ ਹੋਣਾ ਸ਼ੁਰੂ ਹੋ ਜਾਂਦਾ ਹੈ, ਹਾਰਟ ਬੀਟ ਤੇਜ਼ ਹੋਣੀ ਸ਼ੁਰੂ ਹੋ ਜਾਂਦੀ, ਉਹਦਾ ਫਿਰ ਨੁਕਸਾਨ ਹੋ ਜਾਏਗਾ। ਠੀਕ ਹੈ, ਇਹ ਤਾਂ ਚਲੋ ਇਹ ਤੋਂ ਇਲਾਵਾ ਇੱਕ ਗੱਲ ਮੈਂ ਕੀਤੀ ਹੈ। ਥਰਡ ਜਿਹੜਾ ਟਿਪ ਹੈਗਾ ਉਹ ਹੈਗਾ ਮੈਡੀਟੇਸ਼ਨ। ਮੈਡੀਟੇਸ਼ਨ ਜ਼ਰੂਰ ਕਰੋ। ਆਪਣੇ ਆਪ ਨੂੰ ਥੋੜ੍ਹਾ ਜਿਹਾ ਕਾਮ, ਇੱਕ ਅੱਧਾ ਪੌਣਾ ਘੰਟਾ ਕੋਈ ਕਾਮ, ਜੇ ਮਿਊਜ਼ਿਕ ਅੱਛਾ ਸੁਣ ਲਿਆ, ਲਾਈਟ ਮਿਊਜ਼ਿਕ ਸੁਣ ਲਿਆ, ਜੋ ਤੁਹਾਨੂੰ ਅੱਛਾ ਲੱਗਦਾ ਹੈ ਉਹ ਐਕਟੀਵਿਟੀ ਇੱਕ ਆਪਣੇ ਲਈ, ਉਹ ਵੀ ਇੱਕ ਜ਼ਰੂਰ ਟਾਈਮ ਰੱਖੋ। ਆਪਣੇ ਪਰਿਵਾਰ ਨਾਲ ਟਾਈਮ ਬਿਤਾਓ, ਆਪਣੇ ਫਰੈਂਡਸ ਨਾਲ ਵੀ ਵੀਕਐਂਡਸ ਟਾਈਮ ਬਿਤਾਓ, ਆਪਣੇ ਮਾਤਾ ਪਿਤਾ ਦੇ ਨਾਲ ਵੀ ਟਾਈਮ ਬਿਤਾਓ, ਉਹਨਾਂ ਤੋਂ ਟਿਪਸ ਲਵੋ, ਕਿਉਂਕਿ ਉਹ ਵੀ ਇੱਕ ਤੁਹਾਨੂੰ ਜਿਨ੍ਹਾਂ ਨੇ ਦੁਨੀਆ ਦਿਖਾਈ ਹੈ ਉਹਨਾਂ ਕੋਲ ਵੀ ਹਰ ਚੀਜ਼ ਦਾ ਐਕਸਪੀਰੀਅੰਸ ਹੈ। ਠੀਕ ਹੈ, ਡਾਈਟ ਹੋ ਗਈ, ਇਹ ਚੀਜ਼ਾਂ ਹੋ ਗਈਆਂ, ਇਹਨਾਂ ਦੇ ਨਾਲ ਤੁਸੀਂ ਆਪਣੇ ਆਪ ਨੂੰ ਬਿਲਕੁਲ ਸੈੱਟ ਰੱਖ ਸਕਦੇ ਹੋ। ਤੇ ਅਸੀਂ ਡਾਕਟਰ ਆਦਿੱਤ ਸਾਡੇ ਨਾਲ, ਜਿਨ੍ਹਾਂ ਨੇ ਸਾਨੂੰ ਫਿਜ਼ੀਓਥੈਰੇਪੀ ਬਾਰੇ ਦੱਸਿਆ, ਤੇ ਅੱਜ ਦੀ ਫਿਜ਼ੀਓਥੈਰੇਪੀ ਜੋ ਕਿ ਜਨਰਲ ਮੈਡੀਸਨ ਤੋਂ ਲੈ ਕੇ ਕਾਰਡਿਕ ਡਿਪਾਰਟਮੈਂਟ, ਨਿਊਰੋ ਡਿਪਾਰਟਮੈਂਟ, ਹਰ ਕਿਸੇ ਡਿਪਾਰਟਮੈਂਟ ਦੇ ਵਿੱਚ ਕਾਰਗਰ ਸਿੱਧ ਹੋ ਰਹੀ ਹੈ। ਗੱਲ ਕਰੀਏ ਪੇਸ਼ੈਂਟ ਦੀ, ਤੇ ਕੁਝ ਪੇਸ਼ੈਂਟ ਦੀ ਸਰਜਰੀ ਤੋਂ ਪਹਿਲਾਂ ਤੋਂ ਲੈ ਕੇ ਸਰਜਰੀ ਤੋਂ ਬਾਅਦ ਤੱਕ ਵੀ ਫਿਜ਼ੀਓਥੈਰੇਪੀ ਹੀ ਕਾਰਗਰ ਸਿੱਧ ਹੁੰਦੀ ਹੈ। ਤੇ ਕਿਸ ਤਰ੍ਹਾਂ ਦਾ ਡਿਪਾਰਟਮੈਂਟ ਜੋ ਕਿ ਕਾਫੀ ਤੇਜ਼ੀ ਨਾਲ ਉਭਰਦਾ ਆ ਰਿਹਾ ਹੈ, ਜਿੱਥੇ ਕਿ ਪੇਸ਼ੈਂਟ ਨੂੰ ਇਲਾਜ ਤੋਂ ਪਹਿਲਾਂ ਤੇ ਇਲਾਜ ਤੋਂ ਬਾਅਦ ਵੀ ਕਾਫੀ ਜ਼ਰੂਰਤ ਪੈਂਦੀ ਹੈ ਤੇ ਕਾਫੀ ਕਾਰਗਰ ਸਿੱਧ ਹੁੰਦੀ ਹੈ, ਤੇ ਲੋਕ ਆਪਣੀ ਵੱਡੀ ਤੋਂ ਵੱਡੀ ਤਕਲੀਫ ਤੋਂ ਪੁਰਾਣੀ ਦਰਦ ਤੋਂ ਨਿਜਾਤ ਪਾਉਂਦੇ ਹਨ। ਤੇ ਇਸ ਤਰ੍ਹਾਂ ਦੇ ਹੋਰ ਵੀ ਟੌਪਿਕ ਨਾਲ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਬਣੇ ਰਹੋ ਸਾਡੇ ਨਾਲ ਲਾਈਵ ਭਾਰਤ ਦੇ ਨਾਲ। ਕੈਮਰਾਮੈਨ ਮਨੋਜ ਭਗਤ ਦੇ ਨਾਲ ਕੈਲਾਸ਼ ਪ੍ਰਜਾਪਤੀ ਦੀ ਖਾਸ ਰਿਪੋਰਟ।